और डिसएग्री। ठीक है ना, ध्यान भी थीसिस है जी अपने टू व्हाट एक्सटेंट डू यू एग्री और टू व्हाट एक्सटेंट डू यू डिसएग्री। मैं ਤੁਹਾਨੂੰ ਉਧਰ ਵੀ ਸਮਝਾਇਆ ਸੀਗਾ ਨਾ, ਦੇਖੋ ਯਾਰ ਆ ਆਪਣਾ ਸਕੇਲ ਆ ਜੀ, ਠੀਕ ਹੈ ਨਾ, ਇਹਦੇ ਤੇ ਆਪਾਂ ਐਗਰੀ ਡਿਸਐਗਰੀ ਹੋਣਾ ਵਾ। ਜਸਟ ਮੰਨੋ ਸਿਰਫ ਐਗਰੀ ਦਾ ਸਕੇਲ ਆਪਣਾ, ਇਹਦੇ ਤੇ ਕੀ ਆਪਾਂ ਕੋਈ ਟੂ ਵਰਡ ਐਕਸਟੈਂਟ ਪੁੱਛਿਆ ਵਾ। ਜੇਕਰ ਆਪਾਂ ਮੀਨਸ ਤੁਹਾਨੂੰ ਦੱਸਿਆ ਸੀਗਾ ਵੀ ਆ 0 ਆ ਹੈਗਾ 100, ਠੀਕ ਹੈ ਨਾ। ਜੇ ਇਹਦੇ ਤੇ ਆਪਾਂ ਇੱਥੇ ਸਪੋਜ਼ ਕਰੋ 30%, 30% ਨੂੰ ਕੀ ਕਹਾਂਗੇ ਆਪਾਂ ਟੂ ਸਮ ਐਕਸਟੈਂਟ, ਠੀਕ ਹੈ ਨਾ, ਟੂ ਓਨਲੀ ਸਮ ਐਕਸਟੈਂਟ, ਠੀਕ ਹੈ ਨਾ, ਜਾਂ ਟੂ ਫਿਊ ਐਕਸਟੈਂਟ, ਜਿਵੇਂ ਕੋਈ ਟੂ ਜਿਵੇਂ ਮਾਰਜਨਲੀ ਛੋਟਾ ਜਿਹਾ ਕੋਈ ਚੀਜ਼, ਠੀਕ ਹੈ ਨਾ, ਟੂ ਫਿਊ ਐਕਸਟੈਂਟ ਜਾਂ ਟੂ ਸਮ ਐਕਸਟੈਂਟ। ਓਕੇ ਯੈਸ ਬ੍ਰੋ। ਤੇ ਇੱਥੇ ਬਣਦਾ ਆਪਣਾ 30%। ਇਹਦੇ ਜਿਹੜੇ ਕੀ ਕਰਾਂਗੇ ਆਪਾਂ ਐਗਰੀ ਦਾ ਪੁਆਇੰਟ ਆਪਾਂ ਇਮੇਜ ਆਪਾਂ ਜੇ ਆਪਾਂ 3 ਪੁਆਇੰਟ ਲਿਖਣੇ ਪੂਰੇ ਟਾਸਕ ਦੇ ਵਿੱਚ, ਜੇ ਪੂਰੇ ਟਾਸਕ ਦੇ ਆਪਾਂ 3 ਪੁਆਇੰਟ ਲਿਖਣੇ ਆ, ਐਗਰੀ ਚ ਆਪਾਂ ਕਿੰਨੇ ਪੁਆਇੰਟ ਲਿਖਾਂਗੇ 1 ਪੁਆਇੰਟ, ਤੇ ਹੁਣ ਆਪਾਂ 30% ਐਗਰੀ ਆ। ਜੇ ਆਪਾਂ ਇਹ ਫਿਰ ਤੇ ਡਿਸਐਗਰੀ ਦੇ ਕਿੰਨੇ ਲਿਖਾਂਗੇ ਆਪਾਂ 2 ਲਿਖਾਂਗੇ, ਠੀਕ ਹੈ ਨਾ। 2 ਪੁਆਇੰਟ ਆਪਾਂ ਵੀ 70% ਐਗਰੀ ਦੇ ਲਿਖਾਂਗੇ, 30% ਆਪਾਂ ਡਿਸਐਗਰੀ ਦੇ ਲਿਖਾਂਗੇ। ਕਲੀਅਰ ਇੱਥੋਂ ਤੱਕ। ਹੁਣ ਆ ਗਿਆ ਆਪਾਂ ਇੱਥੇ 50, ਠੀਕ ਹੈ ਨਾ। 50 ਨੂੰ ਕੀ ਕਹਿੰਦੇ ਆ ਪਾਰਸ਼ਲੀ, ਠੀਕ ਹੈ ਨਾ। ਆਪਾਂ ਵੈਸੇ ਜਦੋਂ ਆਪਾਂ ਵਰਡ ਐਕਸਟੈਂਡ ਕਰਦੇ ਆ ਨਾ, ਇਹਦੇ ਚ ਆਪਾਂ ਟਰਾਈ ਕਰਨਾ ਵਾ 70 ਰਹਿਣਾ ਵਾ ਜਾਂ ਰਹਿਣਾ ਆਪਾਂ 30, ਕਿਉਂਕਿ ਪਾਰਸ਼ਲੀ ਚ ਆਪਣਾ ਜਿਹੜਾ ਓਪੀਨੀਅਨ ਆ ਉਹ ਕਲੀਅਰ ਨਹੀਂ ਹੁੰਦਾਗਾ। ਇਸ਼ੂ ਕੋਈ ਨਹੀਂਗਾ, ਲਿਖ ਸਕਦੇ ਆ, ਬਟ ਟਰਾਈ ਕਰਨਾ ਬੈਟਰ ਕਲੈਰੀਫਿਕੇਸ਼ਨ ਲਈ ਆਪਾਂ ਵੀ ਕਲੀਅਰ ਹੁੰਦਾ ਵਾ ਵੀ ਆਪਾਂ 50 ਨਾ ਹੀ ਜਾਈਏ, 70 ਹੋਈਏ ਆਈਦਰ 30, ਠੀਕ ਹੈ ਨਾ। 30 ਨੂੰ ਸਮ ਐਕਸਟੈਂਟ ਕਹਿੰਦੇ ਆ, 30 ਨੂੰ ਸਮ ਐਕਸਟੈਂਟ ਕਹਿੰਦੇ ਆ। ਆਈ ਐਗਰੀ ਟੂ ਸਮ ਐਕਸਟੈਂਟ, ਕਲੀਅਰ ਆ। ਬਟ ਇੱਥੇ ਬਣਦਾ ਵਾ 70, ਠੀਕ ਹੈ ਨਾ। ਆਈ ਐਗਰੀ 70 ਨੂੰ ਕੀ ਕਹਾਂਗੇ ਲਾਰਜ ਐਕਸਟੈਂਟ। 50 ਨੂੰ ਕੀ ਕਹਿੰਦੇ ਆ ਲਾਰਜ ਐਕਸਟੈਂਟ ਦਾ ਮੀਨਿੰਗ ਕੀ ਆ ਵੀ ਆਪਾਂ ਇੱਥੇ ਐਗਰੀ ਦੇ ਪੁਆਇੰਟ ਕਿੰਨੇ ਲਿਖਾਂਗੇ 2, ਐਗਰੀ ਦੇ 2 ਪੁਆਇੰਟ ਲਿਖਾਂਗੇ ਤੇ ਡਿਸਐਗਰੀ ਦੇ ਕਿੰਨੇ ਲਿਖਾਂਗੇ 1 ਪੁਆਇੰਟ। ਕਲੀਅਰ ਨਾ। ਐਗਰੀ ਨੂੰ ਲਾਰਜ ਐਕਸਟੈਂਟ ਨੂੰ ਕੀ ਕਵਾਂਗੇ, ਹੋਰ ਕੀ ਕੰਡੀਸ਼ਨ में ਹੁੰਦੇ ਆ ਆਊਟਵੇ, ਜਾਂ ਇਹਦੇ ਚ ਆਪਾਂ ਪਾਰਟਲੀ ਐਗਰੀ ਡਿਸਐਗਰੀ ਕਹਿ ਸਕਦੇ ਆ। ਪਾਰਟਲੀ ਹੁੰਦਾ ਕਾਫੀ ਹੱਦ ਤੱਕ, ਠੀਕ ਹੈ ਨਾ। ਇਸੇ ਆਪਾਂ ਇਹਨੂੰ ਪਾਰਟਲੀ ਵੀ ਕਹਿ ਸਕਦੇ ਆ। ਲਾਰਜ ਨੂੰ ਵਾਈਡ ਕਰਕੇ ਆਪਾਂ ਇੱਥੇ ਪਾਰਟਲੀ ਐਗਰੀ ਕਹਿ ਸਕਦੇ ਆ। ਕਲੀਅਰ ਇੱਥੋਂ ਤੱਕ ਸਮਝ ਲੱਗੀ ਮੈਨੂੰ। ਦੇਖੋ ਜੇ ਤਾਂ ਆਪਾਂ ਹੋਣਾ ਵਾ ਥੋੜਾ 30% ਐਗਰੀ, ਫਿਰ ਆਪਾਂ ਲਿਖਾਂਗੇ 1 ਪੁਆਇੰਟ ਐਗਰੀ ਦਾ 2 ਪੁਆਇੰਟ ਡਿਸਐਗਰੀ। ਇਹਦੇ ਚ ਮੀਨ ਕੀ ਆ ਆਪਾਂ ਸਮ ਐਕਸਟੈਂਟ ਤੱਕ ਲਿਖਾਂਗੇ, ਆਈ ਐਗਰੀ ਟੂ ਸਮ ਐਕਸਟੈਂਟ। ਪਾਰਸ਼ਲੀ ਆਪਾਂ ਹੋਣਾ ਨਹੀਂ 50-50, ਟਰਾਈ ਕਰ ਵੀ ਨਾ ਹੋਈ ਆਪਾਂ, ਠੀਕ ਹੈ ਨਾ। ਤੇ ਜੇ ਆਪਾਂ ਲਿਖਣਾ 70%, 70% ਮੀਨਸ ਕਿ ਆਪਾਂ 2 ਪੁਆਇੰਟ ਐਗਰੀ ਦੇ 1 ਪੁਆਇੰਟ ਡਿਸਐਗਰੀ ਦਾ। ਫਿਰ ਆਪਾਂ ਕੀ ਲਿਖਾਂਗੇ ਆਈ ਐਗਰੀ ਟੂ ਲਾਰਜ ਐਕਸਟੈਂਟ ਜਾਂ ਆਈ ਪਾਰਟਲੀ ਐਗਰੀ। ਯੈਸ ਬ੍ਰੋ। ਇਹ ਲਿਖਣਾ ਥੀਸਿਸ ਵਿੱਚ, ਠੀਕ ਹੈ ਨਾ। ਆਪਾਂ ਥੀਸਿਸ ਕਰ ਰਹੇ ਹਾਂ, ਮੈਂ ਕਿਹਾ ਦੱਸ ਦੇਵਾਂ। ਓਕੇ ਹੁਣ ਆ ਗਿਆ ਮੈਂ ਤੁਹਾਨੂੰ ਇੱਕ ਗੱਲ ਜਿਹੜੀ ਇੰਪੋਰਟੈਂਟ ਗੱਲ ਆ ਤੁਹਾਨੂੰ ਮੈਂ ਦੱਸਣੀ ਸੀਗੀ। ਐਗਰੀ ਡਿਸਐਗਰੀ ਜਿਹੜਾ ਕੱਲਾ ਐਸੇ ਆਪਣਾ ਹੁੰਦਾ, ਐਗਰੀ ਡਿਸਐਗਰੀ, ਐਗਰੀ ਔਰ ਡਿਸਐਗਰੀ, ਠੀਕ ਹੈ ਨਾ। ਇਹਦੇ ਚ ਕੀ ਹੁੰਦਾ ਵਾ ਆਪਾਂ 100% ਜਾਣਾ ਹੁੰਦਾ ਵਾ, ਜਾਂ 100% ਐਗਰੀ ਹੋ ਜਾਓ ਜਾਂ ਫਿਰ ਡਿਸਐਗਰੀ ਹੋ ਜਾਓ। ਕਲੀਅਰ ਆ। ਹੁਣ ਐਗਰੀ ਇਹਨੇ ਕਿਵੇਂ ਹੋਵਾਂਗੇ, ਹੁਣ ਇਹਦੇ ਲਈ ਆਪਾਂ ਇੱਕ ਚੀਜ਼ ਦਾ ਫੇਵਰ ਨਹੀਂ ਲਿਖਣਾ। ਫੋਰ ਐਗਜ਼ਾਮਪਲ ਟੈਕਨੋਲੋਜੀ ਦੇ ਆ ਆਪਣਾ ਐਸੇ ਰੀਸੈਂਟ ਕਰਕੇ ਹਟੇ ਆ ਵੀ ਕੀ ਆ ਵੀ ਟੈਕਨੋਲੋਜੀ ਦੇ ਲੋਕ ਆਈਸੋਲੇਟ ਹੋ ਰਹੇ ਆ, ਠੀਕ ਹੈ ਨਾ। ਜਾਂ ਕੋਈ ਹੋਰ ਚੀਜ਼ ਮੰਨ ਲਓ ਵੀ ਤੁਸੀਂ ਕੋਈ ਨਾ ਸੋਲੂਸ਼ਨ ਪ੍ਰਪੋਜ਼ ਕੀਤਾ, ਕੋਈ ਸੋਲੂਸ਼ਨ ਦੱਸਿਆ ਆਪਾਂ ਨੂੰ, ਠੀਕ ਹੈ ਨਾ। ਉਹ ਚੀਜ਼ ਆਪਾਂ ਐਗਰੀ ਡਿਸਐਗਰੀ ਕਰਨਾ ਕਿ ਹਿਸਾਬ ਤੱਕ ਆਪਾਂ ਪੂਰਾ 100% ਜਾਣਾ ਵਾ। ਉੱਥੇ ਉਹ ਚੀਜ਼ ਦੇ ਆਪਾਂ ਫੇਵਰ ਵੀ ਲਿਖ ਸਕਦੇ ਆ, ਜਿਹੜੀ ਉਹਦੇ ਆਪੋਜ਼ਿਟ ਚੀਜ਼ ਆ ਉਹਦੇ ਆਪਾਂ ਡਿਸਐਡਵਾਂਟੇजेस ਵੀ ਲਿਖ ਸਕਦੇ ਆ, ਠੀਕ ਹੈ ਨਾ। ਸਮਝ ਲੱਗੀ ਮੈਨੂੰ ਲੱਗਦਾ ਕਨਫਿਊਜ਼ਨ। ਓਕੇ ਜਿੱਥੇ ਆਪਾਂ ਐਗਰੀ ਹੋ ਗਏ ਨਾ ਵੀ ਕਿਸੇ ਚੀਜ਼ ਦਾ ਆਪਾਂ ਇੱਕ 100% ਪੱਖ ਲਿਖ ਰਹੇ ਆ, ਉਹਦੇ 100% ਬਾਰੇ ਲਿਖ ਰਹੇ ਆ, ਉੱਥੇ ਆਪਾਂ ਉਹਦੇ ਐਗਰੀ ਦੇ ਪੁਆਇੰਟ ਵੀ ਲਿਖ ਸਕਦੇ BP1 ਚ ਵੀ ਉਹ ਕਿਉਂ ਕਰਨੀ ਚਾਹੀਦੀ ਆ। ਉਹਦਾ ਜਿਹੜੇ ਆਪੋਜ਼ਿਟ ਚੀਜ਼ਾਂ ਨੇ,
ਠੀਕ ਹੈ ਨਾ ਆਪੋਜ਼ਿਟ ਚੀਜ਼ਾਂ ਨੇ ਵੀ ਆਪਾਂ ਲੈਦੇ ਉਹਨਾਂ ਦੇ ਆਪਾਂ ਡਰਾਬੈਕ ਵੀ ਲਿਖ ਸਕਦੇ ਆ ਐਗਰੀ ਦੇ ਵਿੱਚ ਹੀ ਐਗਰੀ ਦੇ ਵਿੱਚ ਫੇਰ ਹੀ ਐਗਰੀ ਹੋਵਾਂਗੇ ਨਾ ਵੀ ਆਪਾਂ ਨੂੰ ਆਹੀ ਚੀਜ਼ ਵਧੀਆ ਲੱਗਦੀ ਆ ਓਕੇ ਥੈਂਕ ਯੂ ਸਾਰੀ ਮੰਨ ਕਰਦੇ ਮਾੜਾ ਜਾਣਨਾ ਪੈਂਦਾ ਕੰਪੈਰੀਜ਼ਨ ਕਰਕੇ ਠੀਕ ਹੈ ਨਾ ਕੰਪੈਰੀਜ਼ਨ ਕਰਕੇ ਵੀ ਜਿਵੇਂ ਹੁਣ ਕੋਈ ਚੀਜ਼ ਹੈ ਮੈਨੂੰ ਕੋਈ ਐਗਜ਼ਾਮਪਲ ਦੱਸੋ ਮੈਂ ਤੁਹਾਨੂੰ ਕਾਹਦੇ ਦੱਸਾਂ ਕੰਪਿਊਟਰ ਤੇ ਜਾ ਰਹੇ ਕਿਵੇਂ ਕੰਪਿਊਟਰ ਤੇ ਨਹੀਂ ਲੋਕ ਕਹਿੰਦੇ ਨੇ ਜਿਹੜਾ ਹੋਮਮੇਡ ਫੂਡ ਆ ਸੌਰੀ ਹੋਮਮੇਡ ਫੂਡ ਆ ਉਹ ਕਹਿੰਦੇ ਵੀ ਉਹ ਬੈਸਟ ਫੂਡ ਆ ਉਹ ਖਾਣਾ ਚਾਹੀਦਾ ਵਾ ਠੀਕ ਹੈ ਨਾ ਕਲੀਅਰ ਹੁੰਦੇ ਸਿਰਫ ਲੋਕਾਂ ਨੂੰ ਹੋਮਮੇਡ ਫੂਡ ਹੀ ਖਾਣਾ ਚਾਹੀਦਾ ਵਾ ਆਪਾਂ ਇਹਦੇ ਨਾਲ ਐਗਰੀ ਕਰ ਗਏ ਕਿੰਨਾ 100% ਆਪਾਂ ਇਹਦੇ ਨਾਲ ਐਗਰੀ ਕਰਕੇ ਪੂਰਾ ਪਰਸੈਂਟ ਵੀ ਇਹਦੇ ਨਾਲ ਹੁਣ ਆਪਾਂ ਐਗਰੀ ਦੋਨੇ ਪੁਆਇੰਟ ਐਗਰੀ ਦੇ ਲਿਖਣੇ ਆ ਆਪਾਂ ਜਿੰਨਾ ਵੀ ਐਸੇ ਲਿਖਣਾ 250 ਵਰਡ ਠੀਕ ਆ ਹੁਣ ਜਿਹੜੇ ਐਗਰੀ ਦੇ ਪੁਆਇੰਟ ਹੋਣਗੇ ਪਹਿਲਾਂ ਤਾਂ ਲਿਖੋ ਹੋਮਮੇਡ ਦੇ ਬੈਨੀਫਿਟ Yes, bro. ਠੀਕ ਹੈ ਨਾ ਜਿਹੜਾ ਹੋਮਮੇਡ ਆ ਉਹਦੇ ਲਿਖੋ ਬੈਨੀਫਿਟਸ ਵੀ ਹੋਮਮੇਡ ਦੇ ਕੀ ਬੈਨੀਫਿਟਸ ਆ ਇਹ ਚੀਪਰ ਆ ਠੀਕ ਹੈ ਨਾ ਇਹ ਹਾਈਜੀਨਿਕ ਹੁੰਦਾ ਵਾ ਸਾਫ ਸੁਥਰਾ ਹੁੰਦਾ ਵਾ ਕਲੀਅਰ ਹੈ ਇੱਥੋਂ ਤੱਕ ਹੁਣ ਆ ਗਿਆ BP2 ਹੁਣ BP2 ਚ ਕੀ ਲਿਖਣਾ ਵਾ ਐਗਰੀ ਦੇ ਪੁਆਇੰਟ ਨਾ ਹੁਣ ਜਿਹੜਾ ਬਾਹਰ ਆਪਾਂ ਆਊਟਸਾਈਡ ਫੂਡ ਖਾਈਦਾ ਉਹਦੇ ਡਿਸਐਡਵਾਂਟੇजेस ਜਦੋਂ ਆਪਾਂ ਬਾਹਰ ਜਿਹੜਾ ਆਊਟਸਾਈਡ ਫੂਡ ਆ ਉਹਦੇ ਡਿਸਐਡਵਾਂਟੇजेस ਠੀਕ ਹੈ ਨਾ ਫਿਰ ਓਵਰਆਲ ਮੀਨਸ ਕਿ ਫੇਵਰ ਤਾਂ ਆਪਾਂ ਇਹਦੇ ਲਿਆ ਨਾ ਹੋਮਮੇਡ ਫੂਡ ਦਾ ਹੋਮਮੇਡ ਫੂਡ ਦੇ ਬੈਨੀਫਿਟ ਦੱਸਦੇ ਦੂਸਰੀ ਚੀਜ਼ ਆਪਾਂ ਡਿਸਐਡਵਾਂਟੇजेस ਦੱਸਦੇ ਉਹ ਵਿੱਚ ਬੇਸਿਕ ਮੈਂਸ਼ਨ ਨਹੀਂਗੀ ਪਰ ਆਪਾਂ ਨੂੰ ਇੱਕ ਪਾਸੇ ਕਹਿ ਰਹੇ ਨੇ ਵੀ ਘਰ ਦਾ ਫੂਡ ਖਾਣਾ ਚਾਹੀਦਾ ਦੂਸਰੇ ਪਾਸੇ ਕੀ ਹੋਊਗਾ ਉਹਦਾ ਫਿਰ ਆਪੋਜ਼ਿਟ ਆਊਟਸਾਈਡ ਫੂਡ ਹੀ ਹੋਊਗਾ ਨਾ ਆਬਵੀਅਸ ਇਹ ਚੀਜ਼ ਤਾਂ ਕਲੀਅਰ ਹੈ ਇੱਥੋਂ ਤੱਕ ਆਪਾਂ ਇਦਾਂ ਵੀ ਲਿਖ ਸਕਦੇ ਹਾਂ ਜਿਹੜੇ ਹੁੰਦੇ ਆ ਆਪਾਂ ਟੂ ਵਾਟ ਐਕਸਟੈਂਟ ਡਿਸਐਗਰੀ ਐਗਰੀ ਉਹਦੇ 'ਚ ਆਪਾਂ ਦੋਨਾਂ ਦੇ ਫੇਵਰ ਲਿਖਣਾ ਹੁੰਦਾ ਵਾ ਆਹ ਚੀਜ਼ ਦਾ ਵੀ ਫੇਵਰ ਲਿਖਣਾ ਵਾ ਹੋਮਮੇਡ ਦਾ ਵੀ ਤੇ ਆਊਟਸਾਈਡ ਫੂਡ ਦਾ ਵੀ ਫੇਵਰ ਹੀ ਲਿਖਣਾ ਉਹਦੇ ਵਿੱਚ ਆਪਾਂ ਆਊਟਸਾਈਡ ਦੇ ਡਿਸਐਡਵਾਂਟੇजेस ਕੀ ਹੋ ਸਕਦੇ ਆ ਜਿਵੇਂ ਉਹਦੇ ਆਪਾਂ ਚੀਪ ਨਹੀਂ ਜਾਂ ਤਾਂ ਲਿਖੋ ਮਹਿੰਗਾ ਵਾ ਜਾਂ ਲਿਖੋ ਆਇਲੀ ਜ਼ਿਆਦਾ ਹੁੰਦਾ ਵਾ ਇਹ ਫਰੈਸ਼ ਨਹੀਂ ਹੁੰਦਾਗਾ ਹੈਲਥ ਇਸ਼ੂਜ਼ ਹੁੰਦੇ ਲੋਕਾਂ ਨੂੰ ਠੀਕ ਹੈ ਨਾ ਬਹੁਤ ਸਾਰੀਆਂ ਡਿਸੀਜ਼ਸ ਵਗੈਰਾ ਹੁੰਦੀਆਂ ਵਾ ਜੇ ਆਪਾਂ ਲਿਖੇ ਟੂ ਵਾਟ ਐਕਸਟੈਂਟ ਆਪਾਂ ਹੋਮਮੇਡ ਦੇ 70 ਲਿਖਦੇ ਆ ਆਊਟਸਾਈਡ ਦਾ 30 ਲਿਖਾਂਗੇ ਫਿਰ ਹੋਮਮੇਡ ਦੇ ਬੈਨੀਫਿਟ ਦੱਸੋ ਤੇ ਫਿਰ ਦੂਸਰੇ ਦਾ ਵੀ ਬੈਨੀਫਿਟ ਹੀ ਆਊਗਾ ਆਊਟਸਾਈਡ ਦਾ ਠੀਕ ਹੈ ਵੀ ਟੇਸਟ ਚੇਂਜ ਹੁੰਦਾ ਰਹਿੰਦਾ ਲੋਕਾਂ ਦਾ ਜ਼ਿਆਦਾ ਵੈਰਾਈਟੀ ਹੁੰਦੀ ਲੋਕਾਂ ਕੋਲੇ ਆਊਟਸਾਈਡ ਕਲੀਅਰ ਹੈ ਇੱਥੋਂ ਤੱਕ ਚੀਜ਼ ਨਾ ਹਾਂਜੀ ਬੋਥ ਵਿਊ ਚ ਕੀ ਹੁੰਦਾ ਬੋਥ ਵਿਊ ਚ ਵੀ ਦੋਨਾਂ ਦਾ ਫੇਵਰ ਹੁੰਦਾ ਵਾ ਦੋਨਾਂ ਦਾ ਇੱਕ ਦੂਜੇ ਨੂੰ ਮਾੜਾ ਨਹੀਂ ਕਹਿ ਸਕਦੇ ਆਪਾਂ ਦੋਨਾਂ ਦਾ ਫੇਵਰ ਹੀ ਕਰਨਾ ਵਾ ਬੋਥ ਸਾਈਡ ਕਿਵੇਂ ਲੋਕ ਕਹਿੰਦੇ ਕਿ ਉਹਨਾਂ ਨੂੰ ਇੱਕ ਪਾਸੇ ਲੋਕ ਕਹਿੰਦੇ ਨੇ ਫਾਸਟ ਫੂਡ ਖਾਣਾ ਚਾਹੀਦਾ ਦੂਸਰੇ ਪਾਸੇ ਕਹਿੰਦੇ ਨੇ ਆਊਟਸਾਈਡ ਫੂਡ ਖਾਣਾ ਚਾਹੀਦਾ ਵਾ ਹੁਣ ਦੋਨਾਂ ਦੇ ਆਪਾਂ 50-50 ਜਾਂ 70-30 ਜੇ ਓਪੀਨੀਅਨ ਪੁੱਛਿਆ ਵਾ ਤਾਂ ਆਪਾਂ ਉਹਨਾਂ ਦੇ ਕੀ ਲਿਖਾਂਗੇ ਹੈ ਦੋਨਾਂ ਦੇ ਬੈਨੀਫਿਟ ਹੀ ਲਿਖਾਂਗੇ ਪਰ ਜੇ ਉਹ ਇਕੱਲਾ ਐਗਰੀ ਡਿਸਐਗਰੀ ਆ ਠੀਕ ਹੈ ਨਾ ਇੱਕ ਚੀਜ਼ ਦਾ ਫੇਵਰ ਦੱਸ ਕੇ ਦੂਸਰੀ ਦਾ ਆਪਾਂ ਡਿਸਐਡਵਾਂਟੇਜ ਦੱਸ ਸਕਦੇ ਹਾਂ ਕਲੀਅਰ ਇੱਥੋਂ ਤੱਕ ਸਮਝ ਲੱਗ ਗਈ ਹੱਸੀ ਜਾਣਾ ਤੂੰ ਮੈਨੂੰ ਦੇ ਲੈ ਵੀਡੀਓ ਚ ਨਾ ਦੇਖ ਯਾਰ ਓਕੇ ਅਗਲਾ ਦੇਖੋ ਕੀ ਆ ਦੱਸੋ ਆਪਣਾ ਟਾਸਕ ਉਹ ਟਾਸਕ ਨਹੀਂਗਾ ਥੀਸਿਸ ਵਿੱਚ ਥੀਸਿਸ ਲਿਖਾਉਣੀ ਆ ਜਾਂ ਤਾਂ ਜੇ ਤਾਂ ਕੋਈ ਐਸੇ ਸਿੰਪਲ ਆਪਾਂ ਐਵਰ ਸਿੰਸ ਲਾਇਆ ਵਾ ਜਾਂ ਐਜ਼ ਲਾਇਆ ਵਾ ਵੀ ਜਿਵੇਂ ਆਹ ਚੀਜ਼ ਹੋ ਰਹੀ ਹੈ ਲੋਕ ਇਕੱਲੇ ਰਹਿ ਰਹੇ ਨੇ ਠੀਕ ਹੈ ਜਾਂ ਇਹ ਇਕੱਲੇ ਰਹਿਣਾ ਉਹਨਾਂ ਵਾਸਤੇ ਹਾਰਮਫੁਲ ਆ ਠੀਕ ਹੈ ਜਸਟ ਐਗਜ਼ਾਮਪਲ ਆ ਉੱਥੇ ਜੇ ਤੁਸੀਂ ਬਾਹਲਾ ਕਨਫਿਊਜ਼ਨ ਹੋ ਰਹੀ ਹੈ ਸਿੰਪਲ ਲਿਖ ਲਓ ਕੀ ਲਿਖਣਾ ਵਾ ਨਾਲੇ ਗੋਪੀ ਇਨ ਦਿਸ ਐਸੇ ਆਈ ਐਗਰੀ ਨਹੀਂ ਹੁੰਦਾਗਾ ਠੀਕ ਹੈ ਨਾ ਸਿੰਪਲ ਹੀ ਹੁੰਦਾ ਆਈ ਐਗਰੀ ਜਾਂ ਆਈ ਡਿਸਐਗਰੀ ਕੋਈ ਨਾ ਮੈਂ ਮਿਊਟ ਕਰ ਦੂੰਗਾ ਆਈ ਐਗਰੀ ਠੀਕ ਆ ਬਾਹਰ ਜਾਵਾਂਗਾ ਵਿਦ ਐਗਰੀ ਟੂ ਨੇ ਐਗਰੀ ਵਿਦ ਹੁੰਦਾ ਨਾ ਐਗਰੀ ਵਿਦ ਬਈ ਹੋ ਗਈ ਜਲਦੀ ਇਸ ਸਟੇਟਮੈਂਟ ਦਿਸ ਲੋਜਨ ਨੋਸ਼ਨ ਠੀਕ ਆ ਸਿੰਪਲ ਹੋ ਗਿਆ ਇਹਨੂੰ ਛੱਡੋ ਆਈ ਐਗਰੀ ਆਈ ਅਕੋਰਡ ਵਿਦ ਦਿਸ ਟੂ ਲਾਰਜ ਐਕਸਟੈਂਟ ਵਿਦ ਦਿਸ ਨੋਸ਼ਨ ਠੀਕ ਆ ਇਹ ਤਾਂ ਹੋ ਗਈ ਜਮਾ ਸਿੰਪਲ ਠੀਕ ਆ ਐਗਰੀ ਨੂੰ ਅਕੋਰਡ ਲਿਖ ਲਓ ਠੀਕ ਆ ਆਈ ਫੇਵਰ ਲਿਖ ਲਓ ਜਸਟ ਸਟੇਸ਼ਨ ਨੂੰ ਇੱਕ ਉਹਦਾ ਸਿਰੋਨਾਮ ਤੁਸੀਂ ਚੇਂਜ ਆਪਦੇ ਅਕੋਰਡਿੰਗ ਟੂ ਆਦੀ ਓਨ ਪ੍ਰੈਫਰੈਂਸ ਜਿੰਨੇ ਤੁਸੀਂ ਨੌਲੇਜ ਉਹਦੇ ਅਕੋਰਡਿੰਗ ਚੇਂਜ ਕਰ ਸਕਦੇ ਹੋ ਠੀਕ ਹੈ ਵੀ ਆਈ ਅਕੋਰਡ ਹੋ ਗਿਆ ਠੀਕ ਆ ਆਈ ਫੇਵਰ ਹੋ ਗਿਆ ਜਿਵੇਂ ਵੀ ਆ ਬਟ ਆਪਾਂ ਇਹ ਸਿੰਪਲ ਨਹੀਂ ਲਿਖਣੀ ਇਹਦਾ ਜਸਟ ਵੀ ਇੱਕ ਕਹਿ ਸਕਦੇ ਆ ਵੀ
ਸਪੇਅਰ ਰੱਖੀ ਵੀ ਆਪਾਂ ਨੂੰ ਲੋਡ ਪੈ ਜਾਂਦੇ ਜਿੱਥੇ। ਠੀਕ ਆ, ਹੁਣ ਤੁਹਾਨੂੰ ਮੈਂ ਦੱਸਿਆ ਸਟਰਕਚਰ ਲਾਇਆ ਆਪਾਂ although ਸਟਰਕਚਰ ਕਿਵੇਂ ਲੱਗੂਗਾ? ਹਾਂਜੀ ਹਾਂਜੀ, Extend with this notion. notion of the statement which is conception, perspective। ਹਾਂਜੀ ਠੀਕ ਹੈ ਨਾ, although ਲਾਉਣਾ ਵਾ ਆਪਾਂ, ਇਹ ਸਹੀ ਪਾ ਲਈਏ। ਓਕੇ, although ਇਹਨੂੰ ਪਹਿਲਾਂ ਦੇਖੋ ਵੀ ਆਪਾਂ ਕਿਹੜੀ ਸਾਈਡ ਜਾਣਾ ਵਾ। ਮੈਂ ਤੁਹਾਨੂੰ ਦੱਸਿਆ ਜਦੋਂ ਆਪਾਂ 30 ਜਿਹੜਾ although ਲਾਉਣਾ ਵਾ, ਜਿਹੜੀ 30% ਆ ਉਹ ਇੱਥੇ ਲਿਖਣੀ ਆ। ਠੀਕ ਆ, ਕੋਮਾ ਲਾ ਕੇ ਜਿਹੜੀ 70% ਆ ਉਹ ਲਿਖਣੀ ਆ ਜਿਹੜੀ 70% ਆ ਲਿਖਣੀ ਆ ਬਾਅਦ ਵਿੱਚ, ਕੋਮੇ ਤੋਂ ਬਾਅਦ। ਠੀਕ ਆ ਨਾ, ਓਕੇ। ਹੁਣ ਤੁਸੀਂ ਮੰਨੋ ਵੀ ਆਪਾਂ ਜਿਹੜੇ ਉਹ ਕਹਿੰਦੇ ਨੇ ਵੀ ਹੋਮਮੇਡ ਫੂਡ ਖਾਣਾ ਚਾਹੀਦਾ ਵਾ। ਠੀਕ ਆ ਨਾ, ਜਾਂ ਸਿੰਪਲ ਆ ਵੀ ਹੋਮਮੇਡ ਦੇ ਐਡਵਾਂਟੇजेस ਕੀ ਆ। ਠੀਕ ਆ, ਜਾਂ ਚਲੋ ਮੰਨੋ ਐਗਰੀ ਕਰਦੇ ਗੱਲ ਆਪਾਂ, ਉਹ ਕਹਿੰਦੇ ਵੀ ਹੋਮਮੇਡ ਫੂਡ ਖਾਣਾ ਚਾਹੀਦਾ ਵਾ। ਕਿਉਂ ਖਾਣਾ ਚਾਹੀਦਾ? ਉਹ ਕਹਿੰਦੇ ਵੀ ਉਹ ਦੱਸੋ, ਪਹਿਲਾਂ ਲਿਖਾਂਗੇ 30% ਵੀ ਬਾਹਰਲਾ ਫੂਡ ਖਾਣਾ ਚਾਹੀਦਾ ਵਾ, 70% ਲਿਖਾਂਗੇ ਵੀ ਹੋਮਮੇਡ ਫੂਡ ਹੀ ਖਾਣਾ ਚਾਹੀਦਾ ਵਾ। ਠੀਕ ਹੈ ਨਾ, ਕਲੀਅਰ ਹੈ ਨਾ? ਓਕੇ, ਹੁਣ 30% ਲਿਖਾਂਗੇ although outside food provides, ਇੱਕ ਮਿੰਟ ਹੈਂਡ ਰਾਈਟਿੰਗ ਛੋਟੀ ਹੁੰਦੀ ਕੈਮਰੇ 'ਚ, ਇੱਕ ਮਿੰਟ, outside food provides ਕੀ ਕਰਦਾ ਵਾ? ਉਹ ਪ੍ਰੋਵਾਈਡ ਕਰਦਾ ਵਾ। ਦੇਖੋ ਆਪਾਂ ਪੁਆਇੰਟ ਕੀ ਲਿਖਿਆ ਸੀਗਾ? ਆਰਟਡ ਫੂਡ ਕਾ ਤੋਂ ਖਾਣਾ ਚਾਹੀਦਾ ਵਾ? ਟੇਸਟ ਮਿਲਦਾ, ਵੈਰਾਈਟੀ ਪ੍ਰੋਵਾਈਡ ਕਰਦਾ ਵਾ, ਨੇ ਕੰਫਰਟ ਕਨਵੀਨੀਅੰਸ ਪ੍ਰੋਵਾਈਡ ਕਰਦਾ, ਆਪਣਾ ਮੇਨ ਵੈਰਾਈਟੀ ਕਰਦਾ ਵਾ। ਠੀਕ ਆ, ਠੀਕ ਆ। ਆਊਟਸਾਈਡ ਫੂਡ ਪ੍ਰੋਵਾਈਡਸ ਕੀ ਕਰਦਾ ਵਾ? various type of. ਹਾਂ, ਵੇਰੀਅਸ ਜਾਂ ਵੈਰਾਈਟੀ। ਓਕੇ, ਇਹਨੂੰ ਇੱਥੇ ਲਿਖੋ, VERIT ਹੈ ਨਾ? नहीं VARIET VARIET ਵੈਰਾਈਟੀ। ਹਾਂ, ਠੀਕ ਆ। ਆਊਟਸਾਈਡ ਫੂਡ ਪ੍ਰੋਵਾਈਡਸ ਕੀ ਕਰਦਾ ਵਾ? ਵੈਰਾਈਟੀ। ਹੁਣ ਇੱਥੇ ਲੱਗੂਗਾ ਕੋਮਾ, ਕੋਮਾ ਕਰ ਲਾਉਣਾ, ਜੈਟ ਲਾਉਣਾ ਵਾ। ਜੈਟ ਇਨ ਮਾਈ ਕਨਸੈਪਸ਼ਨ perspective level, in my view लिखो, in my standpoint लिखो, in my conception लिखो, in my conception ਇਸ ਤੋਂ ਬਾਅਦ ਵੀ ਕੋਮਾ ਹੀ ਲੱਗਣਾ ਵਾ। ਠੀਕ ਹੈ ਨਾ, in my conception। ਹੁਣ ਜਿਹੜੀ ਦੂਸਰੀ ਚੀਜ਼ ਆਪਣਾ 70% ਕੀ ਆ? If ਆਪਾਂ perspective ਲਿਖਿਆ ਫਿਰ ਵੀ ਕੋਮਾ ਲੱਗੂਗਾ। ਹਾਂ, ਫਿਰ ਕੋਈ ਵੀ ਲਿਖੇ ਨਾ, in my perspective, in my view, in my standpoint, in my eyes। ਠੀਕ ਹੈ ਨਾ, it seems to me ਜਿਵੇਂ ਉਹ ਫਿਰ ਲੱਗਣਾ In my vision. ਮੇਰੇ ਅੱਖਾਂ ਦੇ ਵਿੱਚ ਲਿਖ ਸਕਦੇ ਆ। In my vision. In my vision, in my heart ਨਹੀਂ, in my conception ਜਿਹੜੀ 70% ਆ ਉਹਦੇ ਬਾਰੇ ਮੈਂਸ਼ਨ ਕਰੋ। ਬੋਲੋ ਨਾ, ਜਿਹੜਾ 70% ਆ ਉਹਦੇ ਬਾਰੇ ਮੈਂਸ਼ਨ ਕਰੋ। ਉਹਦੇ ਬਾਰੇ ਕਿਵੇਂ ਮੈਂਸ਼ਨ ਕਰਾਂਗੇ? ਜਿਹੜਾ ਹੋਮਮੇਡ ਫੂਡ ਆ ਉਹ ਕੀ ਕਰਦਾ ਵਾ? ਜ਼ਿਆਦਾ ਬੈਨੀਫਿਟ ਦਿੰਦਾ। ਇੱਕ ਤਾਂ ਚੀਪ ਆ, ਉਹਨੂੰ ਮੈਂਸ਼ਨ ਕਰੋ ਪੁਆਇੰਟ ਨੂੰ। Healthy. ਇੱਕ ਤਾਂ ਹੈਲਥੀ ਆ ਤੇ ਉਹ ਚੀਪ ਵੀ ਆ। ਹੋਮਮੇਡ ਫੂਡ homemade food is not only not only ਕੀ ਆ? Not only cheap but also. not only cheaper But also healthy. Healthy. ਹਾਂਜੀ, ਕੀ ਹੋਇਆ ਗੋਪੀ ਜੀ? homemade food is not only, ਸਹੀ ਹੈਗਾ ਉਹ, ਚਲ homemade ਸੇਮ ਹੀ ਗੱਲ ਆਪੇ ਲੈ ਲੈਣਗੇ। homemade food is not only cheaper but also healthy ਨਹੀਂ, healthier। but also healthier। ਠੀਕ ਹੈ ਨਾ, ਕੋਈ ਵੀ ਐਸੇ ਬੇਸ਼ੱਕ 2 ਪੁਆਇੰਟ ਹੁੰਦੇ ਆ ਮੋਸਟਲੀ। ਹਾਂ, ਮੈਨੂੰ ਲੱਗਦਾ ਯਾਰ ਹੈਲਥੀ ਲੈ ਲਓ। ਸਹੀ ਆ। ਠੀਕ ਹੈ, ਹੋਮਮੇਡ ਫੂਡ ਇਜ਼ ਨਾਟ ਓਨਲੀ ਚੀਪਰ ਬਟ ਆਲਸੋ ਹੈਲਦੀ। ਕਲੀਅਰ ਹੈ ਇੱਥੋਂ ਤੱਕ? ਠੀਕ ਹੈ ਨਾ, ਕੋਈ ਵੀ ਐਸੇ ਉਹਦੇ ਮੇਨ ਪੁਆਇੰਟ, ਬੁਲਟ ਪੁਆਇੰਟ ਹੁੰਦੇ, ਆਪਾਂ ਟੌਪਿਕ ਲਾਈਨ ਜਿਹਨੂੰ ਕਹਿੰਦੇ ਆ, ਉਹ ਲਿਖ ਲਿਆ ਕਰੋ। ਉਹਦੇ ਨਾਲ ਆਪਣੀ ਥੀਸਿਸ ਕਲੀਅਰ ਹੋ ਜਾਂਦੀ ਆ। ਜੇ ਕੋਈ ਹੋਰ ਵਰਡ ਲਿਖਣੇ ਆ,
ਠੀਕ ਆ ਵੀ ਜਿਹੜੇ ਕਾਫੀ ਹੁਣ ਉਥੋਂ ਮੈਂ ਅੱਗੇ ਲਿਖਾਏ ਸੀਗੇ ਜਿਵੇਂ ਆਈ ਕਨਕਿਓਰ ਆਈ ਅਕੋਰਡ ਆਈ ਐਡਮਿਟ ਡੈਟ ਠੀਕ ਆ ਆਈ ਐਗਰੀ ਡਿਸਐਗਰੀ ਨੂੰ ਕੱਟਣ ਵਾਸਤੇ ਅੱਗੇ ਹੋਰ ਜਿਵੇਂ ਸੁਪੈਰਿਟੀ ਹੋ ਗਿਆ ਡੋਮੀਨੈਂਸ ਹੋ ਗਿਆ ਠੀਕ ਹੈ ਨਾ ਉਹ ਦੁਬਾਰਾ ਕਰਵਾ ਦਾਂ ਹਾਂਜੀ ਹਾਂਜੀ ਮੈਂ ਤਾਂ ਫਿਰ ਲਿਸਟ ਦੇ ਦੂੰਗਾ ਲਿਖ ਲੈਣਾ ओके आज तक क्लियर हो गया ना हैंड राइटिंग मेरी ऐसी वैसी हुई है ओके हाँ जी भाई जी ਹੱਥ ਕੰਨੀ ਦੀ ਦੀਵਾਰ ਆਪਣੇ ਹੱਥ ਬੜੀ ਦੇ ओके अगला आप ऐसे करना वा केड़ा करो तुसे एग्री कल एग्री हो गया ना वो तो सिंपल ही है आई एग्री या आई डिसएग्री जेड़ा कल एग्री डिसएग्री ना आई एग्री आई कंप्लीटली एग्री आई एम कंप्लीटली इन द फेवर ऑफ दिस नोशन ठीक है ना आई कंप्लीटली एडमिट दैट आई एडमिट दैट दिस इज कंप्लीटली है फ्रूटफुल डेवलपमेंट जिवें भी आ उसे एग्री डिसएग्री तो सिंपल इशू हो कोई इशू नहींगा ਇਟ ਸੀਮਸ ਟੂ ਮੀ it seems to me okay ਜਿਵੇਂ ਵੀ ਆ it seems to me to be have a worthwhile ਨਹੀਂ have ਨਹੀਂ sorry it seems me ਇਟ ਸੀਮਸ ਟੂ ਮੀ it seems to be worthwhile okay ਅਗਲਾ ਹੈਗਾ ਆਪਣਾ ਕਿਹੜਾ ਕਰੀਏ both point both views ਠੀਕ ਹੈ ਨਾ both views ਹੁਣ ਇਹਦੇ ਦੋ ਤਰੀਕੇ ਆ ਉਹ ਕਿਵੇਂ ਆ ਜਾਂ ਤਾਂ ਉਹਨਾਂ ਜਿਹੜੇ ਦੋਨੇ both view ਆ ਉਹਨਾਂ ਨੂੰ ਮੈਂਸ਼ਨ ਕਰ ਦਿਓ ਜਿਵੇਂ ਆਪਾਂ although ਚ ਕਰਕੇ ਆਏ ਆ ਠੀਕ ਹੈ ਨਾ although ਲਾ ਕੇ ਵੀ ਮੈਂਸ਼ਨ ਕਰ ਸਕਦੇ ਆ ਜਿਆਦਾ opinion ਦੇ ਪੁੱਛਿਆ ਤਾਂ ਵੀ ਆਪਾਂ ਹੁੰਦਾ ਨਾ ਕਿ ਵੀ ਡਿਸਕਸ both view and give your own opinion ਇਕੱਲਾ both view ਹੁੰਦਾ ਕਿ give your own opinion ਹੁੰਦਾ ਜਿੱਥੇ opinion ਪੁੱਛਿਆ ਤਾਂ ਉੱਥੇ opinion ਜ਼ਰੂਰ ਦੇਣਾ ਵਾ ਪੁੱਛ ਲਿਆ ਮੋਸਟਲੀ ਓਕੇ ਉੱਥੇ ਜਿੱਥੇ opinion ਪੁੱਛਿਆ ਫਿਰ ਉੱਥੇ ਲਿਖੋ although ਲਾ ਕੇ although ਜਿਹੜੀ ਪਹਿਲਾ opinion ਜਿਹੜਾ ਕੋਈ ਵੀ ਚੀਜ਼ ਆ ਉਹ ਬੈਨੀਫੀਸ਼ੀਅਲ ਆ ਬਟ ਜਿਹਦੇ ਫੇਵਰ ਚ ਆਪਾਂ ਆਵਾਂ ਉਹਦੇ ਜਿਹੜੇ ਐਡਵਾਂਟੇਜ ਹੁੰਦੇ ਜਿਵੇਂ ਵੀ ਹੈਗੇ ਆ ਉਹ ਜ਼ਿਆਦਾ ਜਾਂ ਘੱਟ ਆ ਕਲੀਅਰ ਇੱਥੋਂ ਤੱਕ ਜਿਹਦਾ ਆ ਗਿਆ ਕੱਲਾ ਜੇ ਇਹਨੂੰ ਤੁਸੀਂ ਤੁਹਾਨੂੰ ਵੋਕੈਬਲਰੀ ਤੇ ਵੀ ਹੱਥ ਥੋੜਾ ਜਿਹਾ ਟਾਈਟ ਆਖਰੀ ਕਮਾਂਡ ਹੈ ਨਹੀਂ ਵੋਕੈਬਲਰੀ ਤੇ ਤਾਂ ਨਾਟ ਓਨਲੀ ਬਟ ਆਲਸੋ ਲਾ ਦਿਆ ਕਰੋ ਠੀਕ ਹੈ ਨਾ ਜਾਂ ਤੁਸੀਂ ਵਾਈਲ ਵੀ ਲਾ ਸਕਦੇ ਹੋ ਮੈਂ ਦੋਨੇ ਲਾਉਣਾ ਵਾ this essay will shed light ठीक है on not only both views ठीक है but also my own लिखो my personal लिखो ठीक है ना my own view view ਨੂੰ ਜਿਵੇਂ ਮਰਜ਼ੀ ਰਿਪਲੇਸ ਕਰ ਲਓ perspective ਠੀਕ ਹੈ ਨਾ opinion conception ਠੀਕ ਆ ਤੇ ਜਿਹਨੂੰ ਹਾਈਲਾਈਟ ਕਰਨਾ ਤੁਹਾਡਾ opinion ਹੈ ਕੀ ਆ ਠੀਕ ਹੈ ਨਾ ਜਾਂ ਤਾਂ ਬਿੰਦੀਆਂ ਜਿਹੀ ਪਾ ਕੇ ਉਹਦੇ ਨਾਲੋਂ ਜਾਂ ਤੁਸੀਂ ਨਾ ਇਦਾਂ ਵਾਲਾ ਪਾ ਕੇ ਨਾ ਡੰਡੀ ਜੀ ਮੈਨੂੰ ਕੀ ਕਹਿੰਦੇ ਹੁੰਦੇ ਇਹਨੂੰ ਕਾਲਮ ਨਹੀਂ ਹੁੰਦਾ ਨਹੀਂ ਹਾਈਫਨ ਨਹੀਂ ਹੁੰਦਾਗਾ ਬਸ ਸਮਝ ਲਓ ਯਾਰ ਬਸ ਆ ਲਾਈਨ ਜੀ ਪਾ ਕੇ ਨਾ ਲਾਈਨ ਖਿੱਚ ਗਈ ਠੀਕ ਹੈ ਨਾ ਅੰਡਰਸਕੋਰ ਉੱਪਰ ਨੀਚੇ ਨਹੀਂ ਹੁੰਦਾ ਯਾਰ ਇਹਨੂੰ ਕਹਿੰਦੇ ਹਾਈ ਆ ਵਾਲਾ ਕਹਿੰਦੇ ਹੋਣੇ ਅੰਦਰ HYPHEN ਹਾਈਫਨ ਕਹਿੰਦੇ ਆ ਹਾਈਫਨ ਕਹਿੰਦੇ ਠੀਕ ਆ ਹਾਈਫਨ ਪਾ ਕੇ ਠੀਕ ਹੈ ਨਾ ਇਹਦੇ ਬਾਅਦ ਤੁਹਾਡਾ ਵਿਊ ਆ ਉਹਨੂੰ ਹਾਈਲਾਈਟ ਕਰ ਲਓ ਵਿਊ ਕੀ ਆ ਜਿਹੜਾ ਹੋਮਮੇਡ ਫੂਡ ਆ ਉਹ ਜ਼ਿਆਦਾ ਬੈਨੀਫੀਸ਼ੀਅਲ ਆ ਠੀਕ ਹੈ ਨਾ ਸਮਝ ਲੱਗੀ ਕਿ ਨਹੀਂ ਲੱਗੀ ਇੱਥੋਂ ਤੱਕ ਜਿੱਥੇ ਦਾ ਆਪਾਂ ਨੂੰ ਬੋਥ ਵਿਊ ਪੁੱਛ ਲਿਆ ਹਾਂਜੀ। ਤੇ ਆਪਣਾ ਆਪਣੇ ਓਪੀਨੀਅਨ ਵੀ ਪੁੱਛ ਲਿਆ ਤੇ ਆਪਾਂ ਥੀਸਿਸ ਲਿਖਣੀ ਆ ਠੀਕ ਹੈ ਨਾ ਜਾਂ ਤਾਂ ਥੀਸਿਸ ਆਪਦਾ opinion ਵਿੱਚ ਮੈਂਸ਼ਨ ਕਰਕੇ ਲਿਖ ਦਿਓ ਵੀ although ਦੋਨੇ ਵੈਲਿਡ ਆ ਬਟ ਮੇਰਾ opinion ਆਹ ਕਹਿੰਦਾ ਵਾ ਠੀਕ ਆ ਜੇ ਤੁਸੀਂ ਉਹ although ਨਹੀਂ ਲਾਉਣਾਗਾ this has will highlight shed light on highlight ਨੂੰ shed light on ਲਿਖ ਦਿਓ ਕਾਤੇ not only both view but also my opinion ਹੈ ਕਿ ਉਹਨੂੰ ਤੁਸੀਂ ਇੱਥੇ ਮੈਂਸ਼ਨ ਕਰ ਦਿਓ ਕਲੀਅਰ ਆ ਮਤਲਬ ਮਾਈ ਓਪੀਨੀਅਨ ਫਿਰ ਹਾਈਪਨ ਉਹ ਜਿਹੜਾ opinion ਆ ਤੁਹਾਡਾ ਵੀ ਕੀ opinion ਆ ਵੀ ਤੁਹਾਨੂੰ ਲੱਗਦਾ ਹੋਮਮੇਡ ਫੂਡ ਬੈਨੀਫੀਸ਼ੀਅਲ ਆ ਜਾਂ ਦੂਸਰਾ ਕਿਹੜਾ ਤੁਹਾਨੂੰ ਵਧੀਆ ਲੱਗਦਾ ਵਾ ਹਾਂਜੀ ਉਹਦੇ ਬਾਰੇ ਇੱਥੇ ਮੈਂਸ਼ਨ ਕਰ ਦਿਓ ਇੱਕ ਲਾਈਨ 'ਚ ਕਲੀਅਰ ਇੱਥੋਂ ਤੱਕ ਮਤਲਬ ਕਿਵੇਂ ਲਿਖਾਂਗੇ ਜਿਵੇਂ ਆਪਾਂ ਕਹਿ ਰਹੇ ਹਾਂ ਵੀ ਦੋਸਤ ਵੀ ਕਹਿੰਦੇ ਫਾਸਟ ਫੂਡ ਖਾਣਾ ਚਾਹੀਦਾ ਕਹਿੰਦੇ ਹੋਮਮੇਡ ਖਾਣਾ ਚਾਹੀਦਾ ਵਾ ਹਾਂਜੀ ਠੀਕ ਆ ਆਪਾਂ ਕਹਿੰਦਾ ਵੀ ਹੋਮਮੇਡ ਖਾਣਾ ਚਾਹੀਦਾ ਵਾ ਓਕੇ opinion homemade food is more healthier ਠੀਕ ਹੈ ਨਾ ਜਾਂ healthier than sorry more healthier ਜਾਂ homemade food is healthier than outside food ਓਕੇ ਫੂਡ clear ਆ ਇੱਥੋਂ ਤੱਕ ਆਪਣਾ ਇਹ both view ਹੋ ਗਏ
ਓਕੇ ਆ ਨਾ? ਦੱਸੋ ਹਾਂਜੀ ਹਾਂਜੀ ਰੇਸ ਕਰਦਾ ਇਹਨੂੰ। ਹਾਂਜੀ ਹਾਂਜੀ ਓਕੇ, ਹੋਰ ਮੈਂ ਕਿਵੇਂ ਕਿਹਾ ਸੀਗਾ? ਇੱਕ ਹੋਰ ਤਰੀਕੇ ਨਾਲ ਕਿਹੜੇ ਨਾਲ ਕਰਾਉਣੀ ਆ? ਆਲ ਦੋ ਓਕੇ ਹੋ ਗਿਆ ਕਵਰ ਵਿੱਚ। ਹੁਣ ਜਿਹੜੀ ਨਾ ਮੇਨ ਪ੍ਰੋਬਲਮ ਦਾ ਆਪਾਂ ਉਹਨੂੰ ਪਰਸੋਂ ਕੀਤਾ ਸੀਗਾ, ਮੇਰੇ ਵੀ ਸ਼ਾਇਦ ਪਰਸੋਂ ਹੀ ਕੀਤਾ ਸੀ ਨਾ। ਰੀਜ਼ਨ ਵਾਈ ਆਰ ਦੇ ਮੋਰ ਸਕਸੈਸਫੁਲ ਐਂਡ ਵਾਟ ਇਜ਼ ਰਿਕੁਆਇਰਡ ਟੂ ਬੀ ਸਕਸੈਸਫੁਲ। ਇਹ ਜਿਹੜੀ ਆਪਣੀ ਥੀਸਿਸ ਆ ਉਹ ਲਿਖਣੀ ਹੈ। ਜਿਹੜਾ ਕੁਐਸਚਨ ਪੁੱਛਿਆ ਗਿਆ ਵਾ, ਮੈਂ ਲਿਖਦਾ ਕੁਐਸਚਨ ਪਹਿਲਾਂ। ਰੀਜ਼ਨ ਵਾਈ they are more successful what required to be successful। ਦੋ ਕੁਐਸਚਨ ਆ, ਉਹਦੇ ਨਾਲ ਪੈਸੇ ਕੀਤਾ ਸੀ ਵੀ ਲੋਕ ਜਲਦੀ ਸਕੂਲੇ ਛੱਡ ਦਿੰਦੇ ਆ, ਸੌਰੀ ਜਲਦੀ ਸਕੂਲ ਨੂੰ ਛੱਡ ਦਿੰਦੇ ਨੇ, ਬਟ ਉਹ ਫਿਰ ਵੀ ਜ਼ਿਆਦਾ ਸਕਸੈਸਫੁਲ ਆ ਕਿਹਨਾਂ ਦੇ ਕੰਪੈਰੀਟਿਵਲੀ? ਜਿਹੜੇ ਸਕੂਲ ਨੂੰ ਆਪਣੀ ਸਟੱਡੀ ਨੂੰ ਕੰਪਲੀਟ ਕਰਦੇ ਨੇ। ਠੀਕ ਹੈ ਨਾ, ਵੀ ਜਿਹੜੇ ਜਲਦੀ ਛੱਡ ਕੇ ਸਕੂਲ ਨੂੰ ਆਪਣੀ ਲਾਈਫ 'ਚ ਅੱਗੇ ਬਿਜ਼ਨਸ ਜਾਂ ਕਿਸੇ ਵੀ ਅੱਗੇ ਵੱਧ ਜਾਂਦੇ ਨੇ, ਉਹ ਜ਼ਿਆਦਾ ਸਕਸੈਸਫੁਲ ਹੋਣੇ ਕੰਪੈਰੀਟਿਵਲੀ ਜਿਹੜੇ ਕਿ ਸਕੂਲ ਨੂੰ ਪੂਰਾ ਕਰਦੇ ਨੇ। ਹੁਣ ਇਹ ਕੁਐਸਚਨ ਥੀਸਿਸ ਕੀ ਸੀਗੀ? ਰੀਜ਼ਨ ਵਾਈ ਦੇ ਆਰ ਮੋਰ ਸਕਸੈਸਫੁਲ। ਇੱਕ ਤਾਂ ਉਹਦਾ ਰੀਜ਼ਨ ਦੱਸਣੇ ਵੀ ਕਿਉਂ ਉਹ ਜ਼ਿਆਦਾ ਸਕਸੈਸਫੁਲ ਨੇ। ਸੈਕੰਡ ਕੀ ਸੀਗਾ? ਵਾਟ ਇਜ਼ ਰਿਕੁਆਇਰਡ ਟੂ ਬੀ ਸਕਸੈਸਫੁਲ। ਹੁਣ ਤੁਹਾਡੀ ਬਹੁਤਿਆਂ ਦੀ ਜਿਹੜੀ ਉਹ ਥੀਸਿਸ ਸੀਗੀ ਉਹ ਬਹੁਤ ਗਲਤ ਸੀਗੀ। ਇਹਨੂੰ ਲਿਖਾਂਗੇ ਕਿਵੇਂ? ਨਹੀਂ ਤੁਹਾਨੂੰ ਨਹੀਂ ਕਹਿ ਰਿਹਾ ਮੈਂ। ਓਕੇ, ਇਹਨੂੰ ਲਿਖਾਂਗੇ ਕਿਵੇਂ ਵੀ ਉਹ ਕਿਉਂ ਪਹਿਲਾਂ ਤਾਂ ਹੋਊਗਾ ਰੀਜ਼ਨ। ਥੀਸਿਸ ਕਿਵੇਂ ਲਿਖਾਂਗੇ? ਦੱਸੂ ਕੋਈ ਜਾਣਾ? this essay will highlight not only ਓਕੇ, ਨਹੀਂ ਤੁਹਾਨੂੰ ਤਾਂ ਮੈਂ ਲਿਖਾਈ ਸ਼ਾਇਦ। ਕੋਈ ਹੋਰ ਜਾਣਾ? But all the requirements to be successful. ਓਕੇ, ਹੁਣ ਤੁਸੀਂ ਇਹਨੂੰ ਦੇਖੋ, ਉਹਨਾਂ ਨੇ ਰਿਕੁਆਇਰਮੈਂਟਸ ਪੁੱਛੀਆਂ ਵਾ, ਰੀਜ਼ਨ ਤੇ ਕਲੀਅਰ ਹੋ ਗਈ। ਠੀਕ ਹੈ ਨਾ, ਸਮਝ ਲੱਗ ਗਈ ਨਾ? ਰੀਜ਼ਨ ਵਾਲੀ ਤਾਂ ਕਲੀਅਰ ਹੋ ਗਈ। ਰੀਜ਼ਨ ਉਹ ਕਾਲਜ ਦੱਸਣੇ ਆਪਾਂ ਉਹਦੇ ਚ। ਹੁਣ ਇਹਦੇ ਚ ਆਪਾਂ ਰਿਕੁਆਇਰਮੈਂਟ ਦੱਸਣੀ ਆ। ਰਿਕੁਆਇਰਮੈਂਟ ਲਿਖੋ, ਫੈਕਟਰਸ ਲਿਖੋ। ਠੀਕ ਹੈ ਨਾ, ਕਿਹੜੇ ਕਿਹੜੇ ਹਿੱਸੇ, ਕਿਹੜੀ ਕਿਹੜੀ ਚੀਜ਼ਾਂ ਮੀਨ ਫੈਕਟਰਸ। ਠੀਕ ਹੈ ਨਾ, ਹੁਣ ਇਹਦੀ ਚੀਜ਼ ਵੀ ਦੋ ਤਰੀਕੇ ਨਾਲ ਮੰਨਦੀ ਹੈ, ਜਾਂ ਤਾਂ ਨਾਟ ਓਨਲੀ ਬਟ ਆਲਸੋ। ਦਿਸ ਐਸੇ ਵਿਲ ਹਾਈਲਾਈਟ not only reason but also requirements to be successful। रीजन पता ही है कि ऊपर स्टेटमेंट रिफ्रेश करके आए ਉਹਦੇ ਦੱਸਣੇ ऑब्वियस ਆ। ਠੀਕ ਹੈ ਨਾ, ਜੇ ਆਪਾਂ ਲਿਖਣਾ although ਨਾਲ ਕਰਾਦਾ although ਨਾਲ। ਹਾਂਜੀ ਓਕੇ, ਇਹ ਲਿਖਣਾ ਆਪਾਂ ਨੂੰ although ਨਾਲ। ਫਿਰ although ਨਾਲ ਤੁਹਾਨੂੰ ਪੁਆਇੰਟ ਹਾਈਲਾਈਟ ਕਰਨੇ ਪੈਣਗੇ। ਹੁਣ ਪੁਆਇੰਟ ਕੀ ਕੀ ਸੀ? ਰੀਜ਼ਨ ਕੀ ਸੀ ਵੀ ਸਕਸੈਸਫੁਲ ਕਿਉਂ ਹੁੰਦੇ ਆ? ਠੀਕ ਆ, ਇੱਕ ਇਹ ਹੁੰਦਾ ਨਾ ਜਿਵੇਂ ਜਿਹੜੇ ਬੱਚੇ ਆ ਉਹ ਇੱਕ ਕਲੇ ਦੀ ਤਰ੍ਹਾਂ ਹੁੰਦੇ ਨੇ। ਕਲੀਅਰ ਤਾਂ ਹੁੰਦੇ ਹਾਂਜੀ ਮਤਲਬ ਉਹਨੂੰ ਈਜ਼ੀਲੀ ਮੋਲਡ ਕਰ ਦਿੰਦੇ ਨੇ, ਉਹਨਾਂ ਮੈਚੁਰ ਨਹੀਂ ਹੋਏ ਹੁੰਦੇ। ਜਦੋਂ ਸਕੂਲ ਛੱਡਦੇ ਨੇ, ਬਿਜ਼ਨਸ 'ਚ ਇਨਵੋਲਵ ਹੋ ਜਾਂਦੇ ਨੇ, ਫਿਰ ਉਹਦੇ ਜਿਹੜੀ ਚੀਜ਼ਾਂ ਉਹਦੇ ਰਿਗਾਰਡਿੰਗ ਚੀਜ਼ਾਂ ਨੇ ਉਹੀ ਸਿੱਖਦੇ ਨੇ। ਠੀਕ ਹੈ ਨਾ, ਕਿਉਂਕਿ ਸਕੂਲ 'ਚ ਉਹਨਾਂ ਜਦੋਂ ਪੜ੍ਹਦੇ ਨੇ, ਇੱਕ ਆਪਦਾ ਉਹਨਾਂ ਓਪੀਨੀਅਨ ਬਣ ਜਾਂਦਾ ਕਿਸੇ ਚੀਜ਼ ਪ੍ਰਤੀ, ਇੱਕ ਫਿਕਸ ਮਾਈਂਡਸੈਟ ਹੋ ਜਾਂਦਾ ਉਹਨਾਂ ਦਾ। ਇੰਟਰਸਟ ਹੋ ਜਾਂਦਾ। ਠੀਕ ਹੈ ਨਾ, ਇੱਕ ਫਿਕਸ ਮਾਈਂਡਸੈਟ ਹੁੰਦਾ ਵੀ ਹਾਂ ਇਹ ਸਾਰੀ ਚੀਜ਼ ਇੰਨੇ ਸਿਸਟਮ ਵਰਕ ਕਰਦਾ। ਬਟ ਜਦੋਂ ਆਪਦੇ ਐਕਸਪੀਰੀਅੰਸ ਨਾਲ ਸਿੱਖਦੇ ਨੇ, ਉਹ ਜ਼ਿਆਦਾ ਉਹਨਾਂ ਨਾਲੋਂ ਕੰਪੈਰੀਟਿਵਲੀ ਇੰਟੈਲੈਕਚੁਅਲ ਹੁੰਦੇ ਨੇ, ਇੰਟੈਲੀਜੈਂਟ ਹੁੰਦੇ ਨੇ। ਠੀਕ ਹੈ ਨਾ, ਹੁਣ ਫਿਰ ਉਹ ਜਿਹੜੇ ਪੁਆਇੰਟ ਆਪਣੇ ਉਹਨੂੰ ਹਾਈਲਾਈਟ ਕਰੋ although। ਠੀਕ ਹੈ ਨਾ, ਕੀ ਕੀ ਪੁਆਇੰਟ ਹੈ? ਦੋ ਸਪੋਜ਼ ਕਰ ਲਓ, ਚਲੋ ਕੋਈ ਵੀ ਪੁਆਇੰਟ ਆਪਾਂ ਲਿਖ ਲਿਆ। ਇੱਕ ਤਾਂ ਐਕਸਪੀਰੀਅੰਸ ਤੇ ਇੱਕ ਲਿਖਦਾ ਆਪਾਂ ਟਾਈਮ। ਐਕਸਪੀਰੀਅੰਸ ਟਾਈਮ। ਠੀਕ ਹੈ ਨਾ, ਕਿਉਂਕਿ ਜਦੋਂ ਦੇਖੋ ਇੱਕ ਟਾਈਮ ਵੀ ਫੈਕਟਰ ਹੈ ਨਾ। ਚਲੋ ਪਤਾ ਨਹੀਂ ਹੈਗਾ ਕਿ ਨਹੀਂ, ਚਲੋ ਦੇਖੋ ਵੀ ਜਦੋਂ ਬੱਚਾ 18 ਸਾਲ ਤੋਂ ਬਾਅਦ ਹੁੰਦਾ ਵਾ, ਉਦੋਂ ਬਾਅਦ ਉਹਦੀ ਏਜ ਹੋ ਜਾਂਦੀ ਆ। ਠੀਕ ਹੈ, ਉਹਨੂੰ ਕੋਈ ਉਹਦੀ ਰਿਸਪੌਂਸਿਬਿਲਿਟੀ ਜ਼ਿਆਦਾ ਹੋ ਜਾਂਦੀ ਆ। ਠੀਕ ਹੈ ਨਾ, ਉਹਦੀ ਰਿਸਪੌਂਸਿਬਿਲਿਟੀ ਜ਼ਿਆਦਾ ਹੋ ਜਾਂਦੀ ਆ, ਉਹਦੇ ਕੋਲ ਟਾਈਮ ਥੋੜਾ ਰਹਿੰਦਾ। ਉਹਨੂੰ ਲੱਭ ਰਿਹਾ ਸੋਣਾ ਨਹੀਂ ਬਾਈ, ਪਾਣੀ ਪੀ ਲਾ। ਪਾਣੀ ਪੀਣਾ ਨਹੀਂ, ਇਸ ਦਾ ਡੋਲਣਾ ਹੀ ਬੜਾ। ਓਕੇ, although ਪਹਿਲਾ ਪੁਆਇੰਟ ਕੀ ਐਕਸਪੀਰੀਅੰਸ, ਦੂਸਰਾ ਮੰਨ ਲਓ ਟਾਈਮ। ਠੀਕ ਆ, although time and experience, although time and experience although time and experience ਉਹ ਕੀ ਨੇ? are responsible ਜਾਂ are reason to be successful early। ਆਪਾਂ ਦੇਖਣਾ ਵੀ early successful ਕਿਉਂ ਹੋ ਜਾਂਦੇ ਆ, ਈਜ਼ੀ ਸੀ ਨਾ। are reasons ਲਿਖੋ ਜਾਂ ਲਿਖੋ responsible
ਰਿਸਪੌਂਸਿਬਲ ਕਾਹਦੇ ਲਈ? ਸਕਸੈਸਫੁਲ ਹੋਣਾ। ਕਿਵੇਂ ਹੋਣਾ? ਅਰਲੀ ਹੋਣਾ, ਜਲਦੀ ਹੋਣਾ। ਰਿਸਪੌਂਸਿਬਲ ਟੂ ਬੀ ਸਕਸੈਸਫੁਲ ਨੂੰ ਆਪਦੇ ਅਕੋਰਡਿੰਗ ਮੋਲਡ ਕਰ ਲਿਓ। ਸਕਸੈਸਫੁਲ ਅਰਲੀ, ਠੀਕ ਹੈ ਨਾ। ਇਹ ਹੋ ਗਿਆ ਆਪਣਾ ਰੀਜ਼ਨ, ਠੀਕ ਹੈ ਨਾ। ਹਾਂਜੀ bro, ਬਟ ਜਿਹੜੇ ਅਦਰ ਫੈਕਟਰਸ ਕਿਹੜੇ ਨੇ ਜਿਹੜੇ ਸਕਸੈਸਫੁਲ ਹੋਣ ਲਈ ਚਾਹੀਦੇ ਨੇ? ਉਹ ਕਿਹੜੇ ਕਿਹੜੇ ਫੈਕਟਰਸ ਨੇ? aim, firstly aim, ਫਸਟ ਆਫ ਆਲ ਤਾਂ ਏਮ ਵਿਦ ਡੈਲੀਜੈਂਸੀ ਕੀ ਮਿਹਨਤ, main ਠੀਕ ਹੈ, ਡੈਡੀਕੇਸ਼ਨ, ਡੈਡੀਕੇਸ਼ਨ ਠੀਕ ਹੈ ਨਾ। ਫਸਟ ਹੋ ਗਿਆ ਏਮ, ਸੈਕੰਡ determination, dedication, ਡਿਟਰਮੀਨੇਸ਼ਨ, ਡੈਡੀਕੇਸ਼ਨ, ਠੀਕ ਹੈ, ਡੈਲੀਜੈਂਟ ਹੋਣਾ, ਡੈਡੀਕੇਸ਼ਨ ਹੋਣਾ, ਸਭ ਇੱਕੋ ਹੀ ਆ। ਹੋਰ ਫੋਕਸਡ ਰਹਿਣਾ। ਨਹੀਂ, ਉਹ ਤਾਂ ਸੇਮ ਗੱਲ ਹੋ ਗਈ ਨਾ। ਹੋਰ ਕਿਹੜਾ ਇੱਕ ਫੈਕਟਰ ਚਾਹੀਦਾ ਵਾ? ਉਹ ਸੇਮ ਹੀ ਹੋ ਗਿਆ, ਡੈਲੀਜੈਂਟ, ਹਾਰਡ ਵਰਕ, ਸਭ ਭਾਈ। ਇਹ ਮਨੀ, ਕਿਤੇ ਨਾ ਕਿਤੇ ਮਨੀ ਵੀ ਰਿਸਪੌਂਸਿਬਲ ਆ ਨਾ। ਉਹ ਸਾਰਾ ਕੁਝ ਇਕੱਠਾ ਕਰਨ ਦੀ ਮਟੀਰੀਅਲ ਮਟੀਰੀਅਲ ਆਪਣੇ ਦੇ ਰॉ ਮਟੀਰੀਅਲ ਆ, ਆਦੇ ਕਰੂ ਹੋ ਗਿਆ, ਠੀਕ ਆ, ਉਹਦੇ ਨਾਲ ਦੇ ਬੰਦੇ ਹੋ ਗਏ ਕਿ ਬਿਜ਼ਨਸ ਨੂੰ ਚਲਾਉਣ ਵਾਸਤੇ, ਉਹਦੇ ਰਿਸੋਰਸਸ ਹੋ ਗਏ, ਐਡਵਰਟਾਈਜ਼ਮੈਂਟ ਹੋ ਗਈ, ਜਿਵੇਂ ਜਿਵੇਂ ਵੀ ਚੀਜ਼ਾਂ ਨੇ, ਠੀਕ ਹੈ ਨਾ। ਮੀਨ ਚੀਜ਼ ਵੀ ਮਨੀ ਪਲੇ ਕਰਦੀ। ਕਿਸੇ ਨੇ ਕੋਈ ਸਟੱਡੀ ਕਰਨੀ ਆ, ਕਿਸੇ ਨੇ ਕੋਈ ਬਿਜ਼ਨਸ ਸ਼ੁਰੂ ਕਰਨਾ ਵਾ, ਉਹਦੇ ਚ although time and experience are responsible to be successful, ਇਸ ਤੋਂ ਬਾਅਦ ਦੀ ਕਨਸੈਪਸ਼ਨ ਦੇਣੀ ਹੈ, ਤੁਸੀਂ ਦੇ ਸਕਦੇ ਹੋ। ਨਹੀਂ ਤੇ ਦਿਸਣਾ ਤਾਂ ਸਿੱਧਾ ਹੀ ਜੈਟ ਲਾ ਕੇ ਅਗਲਾ ਪੁਆਇੰਟ ਲੈ ਲਓ, ਠੀਕ ਹੈ ਨਾ। ਜੈਟ ਕਿਹੜੀ ਚੀਜ਼ ਆ? ਆਪਣਾ ਪਹਿਲਾ ਪੁਆਇੰਟ ਕੀ ਸੀਗਾ? ਏਮ, ਡੈਡੀਕੇਸ਼ਨ, ਹਾਰਡ ਵਰਕ, ਓਕੇ, ਗੋਲਸ, goals ਜਾਂ target, ਗੋਲਸ ਵਿਦ ਡੈਲੀਜੈਂਸੀ, ਠੀਕ ਆ, ਜਿਵੇਂ ਡਿਟਰਮੀਨੇਸ਼ਨ, goals with determination, ਡਿਟਰਮੀਨੇਸ਼ਨ ਹੋਣ ਲੱਗਿਆ ਤਾਂ determine ਕਹਿੰਦੇ ਨਹੀਂ, determination ਦ੍ਰਿੜਤਾ ਨਾਲ ਮੀਨਸ ਵੀ ਕੰਟੀਨਿਊਸਲੀ, ਜਿਵੇਂ ਕੋਈ ਸੀ ਸਮਥਿੰਗ ਵੀ ਉਹ ਦ੍ਰਿੜਤਾ ਨਾਲ ਕਰਦੇ ਰਹਿਣਾ, ਵੀ ਅਪਸ ਐਂਡ ਡਾਊਨ ਦੇ ਹੋਣ ਦੇ ਬਾਵਜੂਦ ਵੀ। goals with determination and money, ਠੀਕ ਹੈ ਨਾ। and financial support, ਜਾਂ ਫਾਈਨੈਂਸ਼ੀਅਲ ਸਪੋਰਟ ਲੈ ਲਓ, ਮਨੀ ਲੈ ਲਓ, ਠੀਕ ਹੈ ਨਾ। ਹਾਂ, ਨੀਡ ਨਾਟ ਟੂ ਬੀ ਨੈਗਲੈਕਟਡ, ਜਾਂ ਆਰ ਜੇ ਰਿਸਪੌਂਸਿਬਲ ਪਹਿਲਾਂ ਲਿਖਿਆ ਇੱਥੇ ਰਿਸਪੌਂਸਿਬਲ ਲੈ ਲਓ, ਠੀਕ ਹੈ ਨਾ। ਆਰ ਆਲਸੋ ਇੰਪੋਰਟੈਂਟ, ਸਿਗਨੀਫੀਕੈਂਟ, ਵਿਟਲ, ਕੰਪਲਸਰੀ, ਮੈਂਡੇਟਰੀ, ਨੈਸੈਸਰੀ, ਠੀਕ ਹੈ ਨਾ। गेट बंद करी, क्लियर है तक? ठीक है ना। टाइम ते एक्सपीरियंस आ और रिस्पांसिबल ने काले टू बी सक्सेसफुल अर्ली। जेट जेडे गोल्स आ विद डिटरमिनेशन आर एंड मनी जेडे की वो आर आल्सो कंपल्सरी। क्लियर है तक चीजें थोड़ी? देखिए कितने मिनट की वीडियो बनी है। ओके, बंद कर दो।